ਏਅਰਟੈਲ ਪੰਜਾਬੀ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ, ਇਤਿਹਾਸ ਦਾ ਅਪਡੇਟ ਲੈ ਕੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਾਂ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਦੀ ਅਗਲੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇਗੀ ਉਸ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇਗੀ। ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਧੰਨਵਾਦ। ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਤੇ ਡਾਟਾ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਅੱਜ ਇਟਲੀ ਦੇ ਵਿੱਚ ਕਿੰਨੇ ਕੇਸਿਸ ਆਏ ਹਨ। ਇਟਲੀ ਦੇ ਵਿੱਚ ਅੱਜ ਕੱਲ੍ਹ ਨਾਲੋਂ ਥੋੜ੍ਹੇ ਜ਼ਿਆਦਾ ਕੇਸਿਸ ਆਏ ਹਨ। ਅੱਜ 23,232 ਨਵੇਂ ਇਨਫੈਕਸ਼ਨ ਦੇ ਮਾਮਲੇ ਆਏ ਹਨ ਅਤੇ 853 ਡੈਥ ਹੋਈਆਂ ਹਨ, ਜੋ ਕਾਫੀ ਜ਼ਿਆਦਾ ਹੈ। ਅਤੇ ਅੱਜ ਇਟਲੀ ਦੇ ਵਿੱਚ 1,88,659 ਤੰਪੋਨੀ ਹੋਏ ਹਨ, ਟੈਸਟ ਹੋਏ ਹਨ। ਅਤੇ ਇਟਲੀ ਦੇ ਵਿੱਚ ਟੋਟਲ ਡੈਥ ਹੁਣ ਤੱਕ 51,306 ਹੋ ਚੁੱਕੀਆਂ ਹਨ। ਅਤੇ ਅੱਜ 20,837 ਜਿਹੜੇ ਨਵੇਂ ਪੇਸ਼ੈਂਟ ਜਿਹੜੇ ਰਿਕਵਰ ਹੋਏ ਹਨ ਅਤੇ ਜਿਹੜੇ ਪੋਜ਼ੀਟਿਵ ਕੇਸਿਸ ਹੈਗੇ ਇਟਲੀ ਦੇ ਵਿੱਚ ਹੁਣ ਤੱਕ 7,98,386 ਹੋ ਚੁੱਕੇ ਹਨ। ਹੁਣ ਦੇਖਦੇ ਇਟਲੀ ਦੇ ਕੁਝ ਰੀਜਨਸ। ਲੋਂਬਾਰਦੀਆਂ ਵਿੱਚ ਅੱਜ 4,886 ਕੇਸ ਆਏ ਹਨ। ਪੇਮੋਂਤੇ ਵਿੱਚ 2,070, ਕੰਪਾਨੀਆ 'ਚ 1,764 ਕੇਸ, ਵਨੇਤੋ ਵਿੱਚ 2,194, ਅਮੀਲੀਆ ਰੋਮਾਨੀਆ 'ਚ 2,501, ਲਾਸੀਓ ਵਿੱਚ 2,509, ਤਸਕਾਨਾ 'ਚ 992, ਸਿਚੀਲੀਆ 'ਚ 1,306, ਲਗੂਰੀਆ ਵਿੱਚ 509, ਪੁਲੀਆ ਦੇ ਵਿੱਚ 1,567, ਮਾਰਕੇ ਵਿੱਚ 351, ਅਬਰੂਸੋ ਵਿੱਚ 536, ਫਿਰੂਲੀ ਵੈਨੈਂਸੀ ਜੂਲੀਆ ਵਿੱਚ 554, ਉਮਬਰੀਆ ਵਿੱਚ 218, ਬਲਸਾਨੋ ਵਿੱਚ 160, ਸਰਦੇਨੀਆ ਵਿੱਚ 290, ਟ੍ਰੇਂਟੋ ਵਿੱਚ 143, ਕਲਾਬਰੀਆ ਵਿੱਚ 307, ਦੀ ਔਸਤਾ ਵਿੱਚ 73, ਬਾਜ਼ਲੀਕਾਤਾ ਵਿੱਚ 261 ਅਤੇ ਮਲੀਜ਼ੇ ਦੇ ਵਿੱਚ 72 ਕੇਸ ਆਏ ਹਨ। ਅਤੇ ਜੇਕਰ ਅੱਜ ਦਾ ਪੋਜ਼ੀਟਿਵਿਟੀ ਰੇਟ ਦੇਖਿਆ ਜਾਵੇ ਤਾਂ ਅੱਜ ਦਾ ਪੋਜ਼ੀਟਿਵਿਟੀ ਰੇਟ 12% ਹੈ। ਮਤਲਬ ਕਿ 100 ਸਵੈਬ ਟੈਸਟਾਂ ਦੇ ਪਿੱਛੇ 12 ਜਿਹੜੇ ਬੰਦੇ ਹੈਗੇ ਆ ਪੋਜ਼ੀਟਿਵ ਪਾਏ ਜਾ ਰਹੇ ਹਨ ਅਤੇ ਪਹਿਲਾਂ ਇਹ 15%, ਕੱਲ੍ਹ ਇਹ 15% ਸੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਇਟਲੀ ਦੇ ਜਿਹੜੇ ਹੈਲਥ ਮਿਨਿਸਟਰ ਹੈ ਰੋਬਰਟੋ ਸਪਰੇਂਸਾ, ਉਹਨਾਂ ਨੇ ਕਿਹਾ ਹੈ ਕਿ ਇੱਕ ਨਵਾਂ ਫੇਸ ਆਵੇਗਾ ਜੇਕਰ ਜਿਹੜਾ RT ਇੰਡੈਕਸ ਨੰਬਰ ਹੈਗਾ ਆ ਉਹ 1 ਤੋਂ ਥੱਲੇ ਜਾਵੇਗਾ, ਕਿਉਂਕਿ ਇਟਲੀ ਵੇਟਿੰਗ ਕਰ ਰਿਹਾ ਹੈ ਕਿ ਨਵਾਂ DPCM ਜਿਹੜਾ ਕਿ ਦਸੰਬਰ ਦੇ ਸ਼ੁਰੂ ਦੇ ਵਿੱਚ ਆਵੇਗਾ। ਅਤੇ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਦੀਆਂ ਦੁਵਿਧਾਵਾਂ ਹਨ, ਜੋ ਵੀ ਨਿਯਮਾਂ ਬਾਰੇ ਜੋ ਸੋਚ ਹੈ ਉਹਨਾਂ ਬਾਰੇ ਮਤਲਬ ਕਿ ਦੱਸਿਆ ਜਾਵੇਗਾ, ਸਕੂਲਾਂ ਤੋਂ ਲੈ ਕੇ ਕ੍ਰਿਸਮਸ ਤੱਕ। ਅਤੇ ਪੋਸੀਬਲ ਹੈ ਕਿ ਜਿਹੜੀ ਸ਼ੋਪਸ, ਰੈਸਟੋਰੈਂਟਸ ਮੂਵਮੈਂਟ ਹੈਗੀ ਰੀਜਨਸ ਤੋਂ ਦੂਜੇ ਰੀਜਨ ਦੇ ਵਿੱਚ, ਇਹਦੇ ਵਿੱਚ ਥੋੜ੍ਹੀ ਰਿਲੈਕਸੇਸ਼ਨ ਮਿਲੇਗੀ, ਮਤਲਬ ਕਿ ਥੋੜ੍ਹੀ ਰਾਹਤ ਮਿਲੇਗੀ। ਜੋ ਵੀ ਇਹਨਾਂ 'ਤੇ ਥੋੜ੍ਹੀਆਂ ਪਾਬੰਦੀਆਂ ਲੱਗੀਆਂ ਹੈ ਉਹਨਾਂ ਦੇ ਵਿੱਚ ਸ਼ਾਇਦ ਥੋੜ੍ਹੀ ਛੂਟ ਮਿਲ ਜਾਵੇ। ਅਤੇ ਇਸ ਦੇ ਬਾਰੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਸਕੂਲਾਂ ਜਿਹੜੇ ਵੱਡੇ ਹਾਈ ਸਕੂਲ ਹੈਗੇ ਉਹਨਾਂ ਨੂੰ ਵੀ ਰੀਓਪਨ ਕਰਨ ਬਾਰੇ, ਉਸ ਦੇ ਟੈਕਨੀਕਲ ਇੰਸਟੀਚਿਊਟ ਹੈਗੇ ਆ ਉਹਨਾਂ ਨੂੰ ਵੀ ਖੋਲ੍ਹਣ ਦੇ ਬਾਰੇ ਸੋਚ ਰਹੇ ਹਨ। ਅਤੇ ਇਹ ਵੀ ਉਹਨਾਂ ਨੇ ਕਿਹਾ ਹੈ ਕਿ ਉਹ ਨਹੀਂ ਜਾਣਦੇ ਕਿ ਜਿਹੜਾ ਇਸ ਸਾਲ ਦਾ ਕ੍ਰਿਸਮਸ ਹੈਗਾ ਆ ਉਹ ਕਿੱਦਾਂ ਦਾ ਹੋਵੇਗਾ, ਆਪਣੇ ਪਰਿਵਾਰ ਨਾਲ ਮਨਾਇਆ ਜਾਵੇਗਾ ਜਾਂ ਰੈਸਟੋਰੈਂਟਾਂ ਵਿੱਚ ਮਨਾਇਆ ਜਾਵੇਗਾ ਜਾਂ ਸਮੋਲ ਗਰੁੱਪਸ ਦੇ ਵਿੱਚ ਦੇ ਵਿੱਚ ਮਨਾਇਆ ਜਾਵੇਗਾ। ਇਹਦੇ ਬਾਰੇ ਡਿਸਕਸ਼ਨ ਚੱਲ ਰਹੀ ਹੈ। ਅਤੇ ਜਿਹੜੀ ਮੂਵਮੈਂਟਸ ਹੈਗੀ ਆ ਉਹ ਦੂਜੇ ਰੀਜਨ ਤੋਂ ਇੱਕ ਰੀਜਨ ਤੋਂ ਦੂਜੇ ਰੀਜਨ ਦੇ ਵਿੱਚ ਉਹ ਕਿਸ ਤਰ੍ਹਾਂ ਰਹੇਗੀ, ਇਸ ਦੇ ਬਾਰੇ ਸਾਰੀ ਹਾਲੇ ਡਿਸਕਸ਼ਨ ਚੱਲ ਰਹੀ ਹੈ। ਇਸ ਦੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਆ ਰਹੀ। ਬਾਕੀ ਉਹਨਾਂ ਨੇ ਇਹ ਕਿਹਾ ਕਿ ਜੇ RT ਇੰਡੈਕਸ ਜਿਹੜਾ ਕੰਤਾਜੀ ਇੰਡੈਕਸ ਹੈਗਾ ਆ ਉਹ ਘਟੇਗਾ ਅਤੇ ਜਿਹੜੀ ਵਾਇਰਸ ਦੀ ਟਰਾਂਸਮਿਸ਼ਨ ਇੰਡੈਕਸ ਘਟੇਗਾ, 1 ਤੋਂ ਘੱਟ ਹੋਵੇਗਾ, ਅਤੇ ਹੋ ਸਕਦਾ ਹੈ ਕਿ ਜਿਹੜੇ ਦੇਸ਼ ਦੀਆਂ ਕੁਝ ਅਲੱਗ-ਅਲੱਗ ਫੇਸਿਸ ਹੈਗੀਆਂ ਉਹਨਾਂ ਨੂੰ ਰੀਓਪਨ ਕੀਤਾ ਜਾਵੇ। ਇਸ ਤੋਂ ਬਾਅਦ ਜਿਹੜੀ ਅਗਲੀ ਨਿਊਜ਼ ਹੈਗੀ ਆ ਕਿ ਇਟਲੀ ਦੇ ਹੈਲਥ ਮਿਨਿਸਟਰ ਹੈਗੇ ਰੋਬਰਟੋ ਸਪਰੇਂਸਾ ਜੀ ਨੇ, ਉਹਨਾਂ ਨੇ ਇੱਕ ਆਰਡੀਨੈਂਸ ਸਾਈਨ ਕੀਤਾ ਹੈ ਜਿਸ ਦੇ ਵਿੱਚ ਬਾਜ਼ਲੀਕਾਤਾ, ਲਗੂਰੀਆ, ਉਮਬਰੀਆ ਨੂੰ ਔਰੰਜ ਜ਼ੋਨ ਦੇ ਵਿੱਚ ਕਨਫਰਮ ਕੀਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਜਿਹੜੀ ਹੈਗੀ ਆ ਆਲਤੋ ਅਦੀਜੇ ਤੋਂ ਆ ਰਹੀ ਹੈ। ਆਲਤੋ ਅਦੀਜੇ ਵਿੱਚ ਹਾਲ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੀ ਉੱਥੇ ਲੋਕਾਂ ਦੀ ਸਕਰੀਨਿੰਗ ਟੈਸਟ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਹੈ ਕਿ ਜੋ ਵੀ ਉਹਨਾਂ ਨੇ ਡਾਟਾ ਕਲੈਕਟ ਕੀਤਾ ਹੈ ਅਤੇ ਉਹਦੇ ਹਿਸਾਬ ਦੇ ਨਾਲ ਜਿਹੜੇ ਉਹਨਾਂ ਹਫ਼ਤੇ ਵਿੱਚ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਅਤੇ ਜਿਹੜੇ ਉੱਥੇ ਉਪਾਅ ਕੀਤੇ ਗਏ ਹਨ ਉਹਨਾਂ ਦੇ ਆਧਾਰ 'ਤੇ ਲੋਕਡਾਊਨ ਨੂੰ ਰੱਦ ਕਰ ਦਿੱਤਾ ਗਿਆ ਹੈ। ਅਤੇ 30 ਨਵੰਬਰ ਤੋਂ ਦੁਕਾਨਾਂ ਦੁਬਾਰਾ ਖੁੱਲ੍ਹਣਗੀਆਂ ਅਤੇ 4 ਦਸੰਬਰ ਤੋਂ ਇਹ ਬਾਰ, ਰੈਸਟੋਰੈਂਟਸ ਅਤੇ ਮਿਡਲ ਸਕੂਲ ਦੀ ਵੀ ਸ਼ਾਇਦ ਖੁੱਲ੍ਹ ਜਾਣਗੇ। ਅਤੇ ਇਹ ਜਿਹੜੀ ਜਾਣਕਾਰੀ ਹੈ ਉੱਥੇ ਦੇ ਗਵਰਨਰ ਅਰਨੋ ਕੰਪੈਟਸਰ ਨੇ ਦਿੱਤੀ ਹੈ। ਅਤੇ ਇਸ ਤੋਂ ਪਹਿਲਾਂ ਜਿਹੜਾ 30 ਨਵੰਬਰ ਤੋਂ ਜਿਹੜਾ DPCM ਲਾਗੂ ਹੋਇਆ ਸੀ ਉਸ ਦੇ ਆਧਾਰ 'ਤੇ ਜਿਹੜੇ ਰੈੱਡ ਜ਼ੋਨ ਸੀਗੇ ਉਹਨਾਂ ਦੇ ਵਿੱਚ ਜਿਹੜੇ ਨਿਯਮ ਸੀ ਉਹਦੇ ਵਿੱਚ ਵਧੇਰੇ ਜ਼ਿਆਦਾ ਪਾਬੰਦੀਆਂ ਸਨ ਅਤੇ ਹੁਣ ਇਹ ਪਾਬੰਦੀਆਂ 'ਤੇ ਛੂਟ ਦਿੱਤੀ ਗਈ ਹੈ। ਕਹਿਣ ਦਾ ਭਾਵ ਹੈ ਕਿ ਸ਼ੁੱਕਰਵਾਰ 4 ਦਸੰਬਰ ਤੋਂ ਬਾਰ ਅਤੇ ਰੈਸਟੋਰੈਂਟ ਸ਼ਾਮ 6 ਵਜੇ ਤੱਕ ਦੁਬਾਰਾ ਖੁੱਲ੍ਹ ਸਕਣਗੇ, ਜਿਵੇਂ ਕਿ ਜਿਹੜੇ ਯੈਲੋ ਰੀਜਨ ਹੈਗੇ ਉਹਨਾਂ ਦੇ ਵਿੱਚ ਹੈ। ਅਤੇ ਉੱਥੇ ਦੇ ਰਾਜਪਾਲ ਜਿਹੜੇ ਗਵਰਨਰ ਹੈ ਉਹਨਾਂ ਨੇ ਕਿਹਾ ਕਿ ਹੁਣ ਉਹ ਰੈੱਡ ਜ਼ੋਨ ਤੋਂ ਬਾਹਰ ਹੈ ਅਤੇ ਉਹ ਰੈੱਡ ਜ਼ੋਨ ਤੋਂ ਵਿੱਚ ਨਹੀਂ ਹੋਣਗੇ। ਅਤੇ ਇਸ ਤੋਂ ਬਾਅਦ ਸੋਮਵਾਰ 30 ਨਵੰਬਰ ਤੋਂ ਜਿਹੜੀਆਂ ਵਪਾਰਕ ਗਤੀਵਿਧੀਆਂ ਹੈਗੀਆਂ ਦੁਬਾਰਾ ਖੁੱਲ੍ਹਣਗੀਆਂ, ਨਾਲ ਹੀ ਹੇਅਰ ਡਰੈਸਰ,
ਬਾਰਬਰ ਦੀਆਂ ਦੁਕਾਨਾਂ, ਬੂਟੀਸ਼ੀਅਨ ਵਗੈਰਾ ਜਿਹੜੇ ਹੈਗੇ ਆ, ਬਿਊਟੀ ਸਲੂਨ ਵਗੈਰਾ ਹੈਗੇ ਆ ਦੁਬਾਰਾ ਖੁੱਲ੍ਹਣਗੇ। ਅਤੇ ਅੱਜ ਸਕੂਲ ਜਿਹੜੇ ਹੈਗੇ ਆ ਉਹ ਵੀ ਜਿਹੜੇ ਬੰਦ ਹੋਏ ਹਨ, ਜਿਹੜੇ ਮੀਡੀਆ ਦੇ ਸਕੌਂਦਾ ਅਤੇ ਤੇਰਸਾ, ਉਹ ਵੀ ਦੁਬਾਰਾ ਖੁੱਲ੍ਹ ਸਕਣਗੇ। ਅਤੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੋਂਤੇ ਜੀ ਨੇ ਕਿਹਾ ਹੈ ਕਿ ਇਟਲੀ ਜਨਵਰੀ ਦੇ ਐਂਡ ਤੱਕ ਜਿਹੜੀ ਕੋਵਿਡ-19 ਦੀ ਜਿਹੜੀ ਵੈਕਸੀਨ ਹੈ ਉਸ ਦੀ ਜਿਹੜੀ ਡਿਸਟਰੀਬਿਊਸ਼ਨ ਵੰਡ ਸ਼ੁਰੂ ਕਰ ਦੇਵੇਗੀ। ਅਤੇ ਇਸ ਦੀ ਜਾਣਕਾਰੀ ਉਹਨਾਂ ਨੇ ਇਟਲੀ ਦਾ ਜਿਹੜਾ ਟੈਲੀਵਿਜ਼ਨ ਚੈਨਲ ਹੈਗਾ ਲਾ 7 ਉਹ 'ਤੇ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹ ਵੈਕਸੀਨ ਹੈਗੀ ਆ ਪਹਿਲਾਂ ਕਮਜ਼ੋਰ ਲੋਕਾਂ ਨੂੰ ਮਿਲੇਗੀ, ਜਿਹਨਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ। ਅਤੇ ਉਹਨਾਂ ਕੋਲ ਇੱਕ ਸਵਾਲ ਵੀ ਪੁੱਛਿਆ ਗਿਆ ਕਿ ਉਹਨਾਂ ਨੂੰ ਤੋਂ ਪੁੱਛਿਆ ਗਿਆ ਕਿ ਕੀ ਉਹ ਵੈਕਸੀਨੇਸ਼ਨ ਲੈਣਗੇ, ਤਾਂ ਕੋਂਤੇ ਜੀ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਉਹ ਪੱਕੇ ਤੌਰ 'ਤੇ ਬੜੀ ਵੈਕਸੀਨੇਸ਼ਨ ਲੈਣਗੇ। ਪਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਪਹਿਲੇ ਵਿਅਕਤੀ ਵਿੱਚ ਸ਼ਾਮਿਲ ਨਹੀਂ ਹੋਣਗੇ ਵੈਕਸੀਨੇਸ਼ਨ ਲੈਣ ਦੇ ਵਿੱਚ, ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਕਮਜ਼ੋਰ ਅਤੇ ਸਭ ਤੋਂ ਵੱਧ ਖਤਰੇ ਦਾ ਸਾਹਮਣਾ ਕਰਨ ਵਾਲੇ ਜਿਹੜੇ ਲੋਕੀ ਹੈ, ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ, ਉਹ ਹੀ ਵੈਕਸੀਨੇਸ਼ਨ ਲੈਣਗੇ। ਬਾਕੀ ਯੂਰੋਪੀਅਨ ਯੂਨੀਅਨ ਨੇ ਐਸਟਰਾਜੈਨੇਕਾ, ਮੋਦਰੀਨਾ, ਫਾਈਜ਼ਰ ਸਮੇਤ ਕਈ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨਾਲ ਲੱਖਾਂ ਟੀਕਿਆਂ ਦੀ ਖੁਰਾਕਾਂ ਦੀ ਸਪਲਾਈ ਦੇ ਕਿ ਜਿਹੜੀ ਸੌਦੇ ਹੈਗੇ ਉਸ 'ਤੇ ਸਾਈਨ ਕੀਤੇ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਜਿਹੜੀ ਹੈਗੀ ਸਪੇਨ ਤੋਂ ਆ ਰਹੀ ਹੈ। ਸਪੇਨ ਦੇ ਕਿੰਗ ਫਿਲਿਪ 6 ਕਿ ਸੰਡੇ ਨੂੰ ਕਿਸੇ ਨੂੰ ਮਿਲਣ ਤੋਂ ਬਾਅਦ 10 ਦਿਨਾਂ ਦੇ ਲਈ ਆਪਣੇ ਆਪ ਨੂੰ ਉਹਨਾਂ ਨੇ ਕੁਆਰੰਟਾਈਨ ਕਰ ਲਿਆ ਹੈ, ਕਿਉਂਕਿ ਉਹਨਾਂ ਦੀ ਜਿਹੜੀ ਰਿਪੋਰਟ ਹੈਗੀ ਆ ਉਹ ਕੋਵਿਡ-19 ਪੋਜ਼ੀਟਿਵ ਆਈ ਸੀ। ਅਤੇ ਜਿਹੜੇ ਕਿੰਗ ਫਿਲਿਪ ਹੈਗੇ 52 ਸਾਲ ਦੇ ਹਨ। ਅਤੇ ਉਹਨਾਂ ਨੇ ਇੱਕ ਘੋਸ਼ਣਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਸਿਹਤ ਨਿਯਮਾਂ ਦਾ ਪਾਲਣਾ ਕਰਦੇ ਹੋਏ ਇਹ ਲਾਜ਼ਮੀ ਹੈ ਕਿ ਉਹਨਾਂ ਨੂੰ 10 ਦਿਨਾਂ ਦੇ ਲਈ ਕੁਆਰੰਟਾਈਨ ਹੋਣਾ ਚਾਹੀਦਾ ਹੈ। ਇਸ ਦੇ ਦੌਰਾਨ ਉਹ ਆਪਣੀ ਸਾਰੀ ਹੀ ਜਿਹੜੀ ਗਤੀਵਿਧੀਆਂ ਉਹਨਾਂ ਨੂੰ ਮੁਅੱਤਲ ਕਰ ਦੇਣਗੇ। ਅਤੇ ਬਾਕੀ ਜਿਹੜੇ ਉਹਨਾਂ ਦੇ ਬਾਕੀ ਘਰ ਦੇ ਮੈਂਬਰ ਹੈਗੇ ਆ, ਮਹਾਰਾਣੀ ਅਤੇ ਬਾਕੀ ਰਾਇਲ ਪਰਿਵਾਰ ਦੇ ਮੈਂਬਰ ਹੈਗੇ, ਉਹ ਆਪਣੀਆਂ ਗਤੀਵਿਧੀਆਂ ਆਮ ਤੌਰ 'ਤੇ ਜਾਰੀ ਰੱਖਣ ਦੇ ਯੋਗ ਹੋਣਗੇ। ਇਸ ਦੇ ਨਾਲ ਦੱਸ ਦਈਏ ਕਿ ਸਪੇਨ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 8,599 ਕੇਸ ਆਏ ਸੀ ਅਤੇ 170 ਡੈਥ ਹੋਈਆਂ, ਅਤੇ ਜਿਹੜੇ ਟੋਟਲ ਡਾਟਾ ਹੈਗਾ ਉੱਥੇ 16,06,905 ਹੋ ਚੁੱਕਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਹਾਂਗਕਾਂਗ ਤੋਂ ਆ ਰਹੀ ਹੈ। ਹਾਂਗਕਾਂਗ ਦੇ ਵਿੱਚ ਸੋਮਵਾਰ ਨੂੰ 80 ਜਿਹੜੇ ਹੈਗੇ ਆ ਕੋਵਿਡ-19 ਦੇ ਕੇਸ ਦਰਜ ਕੀਤੇ ਗਏ ਹਨ, ਜੋ ਕਿ 7 ਅਗਸਤ ਤੋਂ ਬਾਅਦ ਦੇ ਕੇਸਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਹਨ। ਅਤੇ ਇਹਨਾਂ ਦੇ ਵਿੱਚੋਂ ਜਿਹੜੇ 54 ਹੈਗੇ ਆ ਉਹ ਡਾਂਸ ਕਲੱਬਾਂ ਦੇ ਵਿੱਚੋਂ ਹਨ। ਅਤੇ ਇਸ ਤੋਂ ਬਾਅਦ ਉੱਥੇ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵੀਰਵਾਰ ਤੋਂ ਸਾਰੇ ਬਾਰ ਅਤੇ ਜਿਹੜੇ ਨਾਈਟ ਕਲੱਬਸ ਹੈਗੇ ਆ ਉਹਨਾਂ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਜਾਵੇਗਾ। ਅੱਗੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਰੈਸਟੋਰੈਂਟ ਦੇ ਜਿਹੜੇ ਕਸਟਮਰ ਹੈਗੇ ਉਹਨਾਂ ਦੀ ਗਿਣਤੀ ਵੀ ਉਹਨਾਂ ਦੀ ਸਮਰੱਥਾ ਦੇ ਅਕੋਰਡਿੰਗ ਅੱਧੀ ਕੀਤੀ ਜਾਵੇਗੀ, ਯਾਨੀ ਕਿ ਅੱਧੀ ਕੀਤੀ ਜਾਵੇਗੀ। ਕਿਸੇ ਵੀ ਟੇਬਲ 'ਤੇ 4 ਤੋਂ ਜ਼ਿਆਦਾ ਜਿਹੜੇ ਡਾਈਨਰਸ ਬੈਠਣ ਵਾਲੇ ਬੰਦੇ ਹੈਗੇ ਆ ਉਹਨਾਂ ਦੀ 4 ਤੋਂ ਜ਼ਿਆਦਾ ਕਿ ਬੰਦੇ ਨਹੀਂ ਹੋਣੇ ਚਾਹੀਦੇ। ਅਤੇ ਬਾਕੀ ਜਿਹੜੇ ਡਾਂਸ ਕਲੱਬ ਦੇ ਸਮੂਹ ਦੇ ਵਿੱਚੋਂ ਜਿਹੜੇ ਕੇਸਿਸ ਆਏ ਹਨ, ਉਸ ਤੋਂ ਬਾਅਦ 1 ਨਵੰਬਰ ਤੋਂ ਲੈ ਕੇ 21 ਨਵੰਬਰ ਦੇ ਵਿੱਚ ਜਿਹੜੇ ਵੀ ਲੋਕ ਇਹਨਾਂ ਜਗ੍ਹਾ 'ਤੇ ਗਏ ਹੈ ਉਹਨਾਂ ਨੂੰ ਕੋਵਿਡ-19 ਦਾ ਜਿਹੜਾ ਟੈਸਟ ਹੈਗਾ ਆ ਉਹ ਕਰਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਅਤੇ ਇਸ ਤੋਂ ਬਾਅਦ ਅਗਲੀ ਨਿਊਜ਼ ਫਰਾਂਸ ਤੋਂ ਹੈ। ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਨੇ 30 ਅਕਤੂਬਰ ਤੋਂ ਲਾਗੂ ਹੋ ਰਹੇ ਜਿਹੜੇ ਦੇਸ਼ ਦੇ ਵਿੱਚ ਲਾਕਡਾਊਨ ਹੈ ਉਹਨਾਂ ਦੇ ਜਿਹੜੇ ਨਿਯਮ ਹੈ ਉਹਨਾਂ ਨੂੰ ਕੁਝ ਘੱਟ ਕਰਨ ਦੀ ਘੋਸ਼ਣਾ ਕੀਤੀ ਹੈ। ਅਤੇ ਅੱਜ ਉਹ ਆਪਣੀ ਯੋਜਨਾ 'ਤੇ ਮੰਗਲਵਾਰ ਸ਼ਾਮ ਨੂੰ ਰਾਸ਼ਟਰ ਦੇ ਨਾਮ ਇੱਕ ਸੰਬੋਧਨ ਕਰਨਗੇ। ਇੱਥੇ ਤੁਹਾਨੂੰ ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੇ ਵਿੱਚ ਫਰਾਂਸ ਦੇ ਵਿੱਚ ਜਿਹੜੇ ਕੇਸਿਸ ਹੈਗੇ ਆ 500 ਲੋਕਾਂ ਦੀ ਮੌਤ ਹੋਈ ਹੈ, ਜਿਹੜੇ ਮਰਨ ਵਾਲਿਆਂ ਦੀ ਗਿਣਤੀ 49,232 ਹੋ ਚੁੱਕੀ ਹੈ। ਇਸ ਤੋਂ ਬਾਅਦ USA ਵਿੱਚ ਅੱਜ 24,546 ਕੇਸ ਆਏ ਹਨ, 457 ਡੈਥ ਹੋਈਆਂ ਹਨ। ਇੰਡੀਆ ਵਿੱਚ 16,260 ਅਤੇ 129 ਡੈਥ ਹੋਈਆਂ ਹਨ। UK ਦੇ ਵਿੱਚ 11,299 ਕੇਸ ਆਏ ਹਨ ਅਤੇ 600 ਡੈਥ ਹੋਈਆਂ ਹਨ। ਜਰਮਨੀ ਵਿੱਚ 9,157 ਅਤੇ 212 ਡੈਥ ਹੋਈਆਂ ਹਨ। ਪੋਲੈਂਡ ਦੇ ਵਿੱਚ 10,139 ਕੇਸ ਅਤੇ 540 ਡੈਥ ਹੋਈਆਂ ਹਨ। ਨੀਦਰਲੈਂਡ ਦੇ ਵਿੱਚ 3,926 ਕੇਸ ਅਤੇ 90 ਡੈਥ ਹੋਈਆਂ ਹਨ। ਕੈਨੇਡਾ ਦੇ ਵਿੱਚ 2,133 ਕੇਸ ਆਏ ਹਨ ਅਤੇ 59 ਡੈਥ ਹੋਈਆਂ ਹਨ। ਸਵਿਟਜ਼ਰਲੈਂਡ ਵਿੱਚ 4,241 ਕੇਸ ਅਤੇ 55 ਡੈਥ ਹੋਈਆਂ ਹਨ। ਪੁਰਤਗਾਲ ਵਿੱਚ 3,919 ਕੇਸ ਅਤੇ 85 ਡੈਥ ਹੋਈਆਂ ਹਨ। ਅਤੇ ਆਸਟ੍ਰੇਲੀਆ ਵਿੱਚ 4,377 ਕੇਸ ਆਏ ਹਨ ਅਤੇ 118 ਡੈਥ ਹੋਈਆਂ ਹਨ। ਅਤੇ ਡੈਨਮਾਰਕ ਵਿੱਚ 1,367 ਕੇਸ ਅਤੇ 8 ਡੈਥ ਹੋਈਆਂ ਹਨ। ਸਿੰਗਾਪੁਰ ਦੇ ਵਿੱਚ 18 ਕੇਸਿਸ ਆਏ ਹਨ। ਨਾਰਵੇ ਦੇ ਵਿੱਚ 248 ਕੇਸ ਅਤੇ 3 ਡੈਥ ਹੋਈਆਂ ਹਨ। ਅਤੇ ਆਸਟ੍ਰੇਲੀਆ ਦੇ ਵਿੱਚ 12 ਕੇਸ ਆਏ ਹਨ। ਅਤੇ ਇਸ ਤੋਂ ਬਾਅਦ ਅਗਲੀ ਨਿਊਜ਼ ਜਰਮਨ ਤੋਂ ਆ ਰਹੀ ਹੈ। ਜਰਮਨੀ ਦੇ ਵਿੱਚ ਵੀ ਕ੍ਰਿਸਮਸ ਅਤੇ ਨਵੇਂ ਸਾਲ ਦੀ ਜਿਹੜਾ ਸੈਲੀਬ੍ਰੇਸ਼ਨ ਹੋਣੀ ਹੈ ਉਹਨਾਂ ਨੂੰ ਵੀ ਸੀਮਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਅਤੇ ਇਸ ਦੇ ਵਿੱਚ ਉਹਨਾਂ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਦੇ ਵਿੱਚ ਇਹ ਸੁਝਾਅ ਸ਼ਾਮਲ ਕੀਤਾ ਗਿਆ ਹੈ ਕਿ 10 ਲੋਕ ਜਿਹੜੇ ਹੈਗੇ ਆ ਉਹ ਕ੍ਰਿਸਮਸ ਅਤੇ ਨਵੇਂ ਸਾਲ ਦੀ ਸ਼ਾਮ ਨੂੰ ਇਕੱਠੇ ਮਨਾ ਸਕਦੇ ਹਨ। ਹਾਲਾਂਕਿ ਜਿਹੜੇ 14 ਸਾਲ ਤੋਂ ਦੇ ਬੱਚੇ ਹਨ ਉਹਨਾਂ ਨੂੰ ਬਾਹਰ ਰੱਖਿਆ ਜਾਂਦਾ ਹੈ। ਅਤੇ ਜਿਹੜੀ ਇਹ ਉਪਾਅ ਹੈਗੇ ਆ ਉਹ 23 ਦਸੰਬਰ ਤੋਂ ਲੈ ਕੇ 1 ਜਨਵਰੀ ਤੱਕ ਲਾਗੂ ਰਹਿਣਗੇ। ਬਾਕੀ ਜਿਹੜੇ ਇਹਨਾਂ ਦੇ ਪ੍ਰੀਮੀਅਰ ਹੈ, ਪ੍ਰਧਾਨ ਮੰਤਰੀ ਹੈ, ਉਹਨਾਂ ਨੇ ਨਵੇਂ ਸਾਲ ਦੀ ਜਿਹੜੀ ਈਵ ਹੈਗੀ ਆ ਉੱਤੇ ਜਿਹੜੇ ਜ਼ਿਆਦਾ ਪਬਲਿਕ ਪਲੇਸਿਸ ਹੈਗੀਆਂ ਉਹਨਾਂ 'ਤੇ ਪਟਾਕੇ ਚਲਾਉਣ 'ਤੇ ਪਾਬੰਦੀ ਲਗਾਈ ਹੈ।
ਇਸ ਤੋਂ ਬਾਅਦ ਅਗਲੀ ਨਿਊਜ਼ ਜਿਹੜੀ ਹੈਗੀ ਆ ਯੂਕੇ ਤੋਂ ਆ ਰਹੀ ਹੈ ਅਤੇ ਯੂਕੇ ਦੇ ਵਿੱਚ 15 ਦਸੰਬਰ ਤੱਕ ਇੰਗਲੈਂਡ ਆਉਣ ਵਾਲੇ ਯਾਤਰੀਆਂ ਨੂੰ ਬ੍ਰਿਟੇਨ ਦੀ ਸਰਕਾਰ ਦੁਆਰਾ ਘੋਸ਼ਿਤ ਕੀਤੀ ਗਈ ਇੱਕ ਜਿਹੜੀ ਨਵੀਂ ਟੈਸਟਿੰਗ ਪ੍ਰਣਾਲੀ ਦੇ ਤਹਿਤ ਜਿਹੜਾ 14 ਦਿਨ ਦਾ ਕੁਆਰੰਟਾਈਨ ਸੀ ਉਸ ਨੂੰ ਘਟਾ ਕੇ ਸਿਰਫ 5 ਦਿਨ ਮਤਲਬ ਰੱਖ ਦਿੱਤਾ ਹੈ। ਮਤਲਬ ਕਿ ਉਹਨਾਂ ਨੂੰ 5 ਦਿਨ ਆਪਣੇ ਆਪ ਨੂੰ ਵੱਖਰਾ ਕਰਨਾ ਪਵੇਗਾ। ਅਤੇ ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਨਵੇਂ ਨਿਯਮਾਂ ਦੇ ਤਹਿਤ ਜੋ ਵੀ ਇੰਗਲੈਂਡ ਦੇ ਵਿੱਚ ਐਂਟਰ ਹੁੰਦਾ ਹੈ ਉਹਨਾਂ ਨੂੰ ਜਿਹੜਾ ਉਹਨਾਂ ਕੋਲ ਟੈਸਟ ਕੋਵਿਡ-19 ਹੈ ਨੈਗੇਟਿਵ ਹੋਣਾ ਚਾਹੀਦਾ ਹੈ। ਅਤੇ ਜੇਕਰ ਉਹਨਾਂ ਦਾ ਟੈਸਟ ਨੈਗੇਟਿਵ ਹੈ ਤਾਂ ਉਹਨਾਂ ਕੋਲ ਜਿਹੜੀ ਇਹ 5 ਦਿਨਾਂ ਵਾਲੀ ਕੁਆਰੰਟਾਈਨ ਹੈ ਇਸ ਤੋਂ ਵੀ ਉਹ ਮਤਲਬ ਕਿ ਬਚ ਸਕਦੇ ਹਨ। ਅਤੇ ਯੂਕੇ ਦੇ ਵੱਲੋਂ ਇਹ ਵਾਲਾ ਇਕਾਂਤਵਾਸ ਨਿਯਮਾਂ ਦਾ ਜਿਹਦੇ ਵਿੱਚ ਬਦਲਾਅ ਕੀਤਾ ਗਿਆ, ਇਹਦਾ ਐਲਾਨ ਅੱਜ ਮੰਗਲਵਾਰ ਨੂੰ ਕੀਤਾ ਗਿਆ ਹੈ ਜੋ ਕਿ 15 ਦਸੰਬਰ ਤੱਕ ਪ੍ਰਭਾਵੀ ਰਹੇਗਾ। ਮਤਲਬ ਕਿ ਇਸ ਚੇਂਜ ਦੇ ਨਾਲ ਜਿਹੜੇ ਉਦਯੋਗ ਵਰਗ ਹੈਗਾ ਆ, ਵਪਾਰੀ ਵਰਗ ਹੈ, ਉਹਨਾਂ ਨੂੰ ਜ਼ਿਆਦਾ ਫਾਇਦਾ ਹੈ ਕਿਉਂਕਿ ਉਹਨਾਂ ਕੋਲ ਟਾਈਮ ਬਹੁਤ ਘੱਟ ਹੁੰਦਾ ਹੈ। ਅਤੇ ਜੇਕਰ 14 ਦਿਨ ਦਾ ਕੁਆਰੰਟਾਈਨ ਹੁੰਦਾ ਹੈ ਤਾਂ ਉਹ ਜਿੰਨੇ ਟਾਈਮ ਉਹਨਾਂ ਦੀ ਛੁੱਟੀ ਹੁੰਦੀ ਹੈ, ਜਿੰਨੇ ਟਾਈਮ ਲਈ ਆਉਂਦੇ ਉਹ 14 ਦਿਨ ਤਾਂ ਉਹਨਾਂ ਦੇ ਉਸ ਤਰ੍ਹਾਂ ਹੀ ਬਤੀਤ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ। ਅਤੇ ਨਵੇਂ ਨਿਯਮਾਂ ਦੇ ਅਕੋਰਡਿੰਗ ਬ੍ਰਿਟੇਨ ਆਉਣ ਵਾਲੇ ਯਾਤਰੀਆਂ ਨੂੰ 14 ਦਿਨ ਦੇ ਇਕਾਂਤਵਾਸ ਦੀ ਮਿਆਦ ਨੂੰ ਇੱਥੇ ਆਉਣ ਵਾਲੇ 5ਵੇਂ ਦਿਨ ਜਾਂ ਉਸ ਤੋਂ ਬਾਅਦ ਨਿੱਜੀ ਕੋਈ ਜਿਹੜੀ ਵੀ ਉੱਥੇ ਦੀ ਲੈਬੋਰਟਰੀ ਹੈਗੀ ਆ ਉਹਦੇ ਵਿੱਚ ਕੋਵਿਡ-19 ਦਾ ਜਾਂਚ ਕਰਵਾ ਸਕਦੇ ਹਨ ਅਤੇ ਉਸ ਤੋਂ ਬਾਅਦ ਆਪਣਾ ਕੰਮ ਕਰ ਸਕਦੇ ਹਨ। ਇਸ ਜਾਂਚ ਦੇ ਵਿੱਚ ਜਿਹੜੀ ਕੀਮਤ ਹੈਗੀ ਆ, ਜੋ ਟੈਸਟਿੰਗ ਹੈਗੀ ਉੱਥੇ ਦੀ, ਉਹਦੀ ਕੀਮਤ 100 ਪਾਉਂਡ ਹੋਵੇਗੀ। ਹਾਲਾਂਕਿ ਜਿਹੜਾ ਇਹ ਨਵਾਂ ਨਿਯਮ ਹੈਗਾ ਇੰਗਲੈਂਡ ਦੇ ਹੋਰ ਹਿੱਸਿਆਂ ਉੱਤਰੀ ਆਇਰਲੈਂਡ, ਸਕਾਟਲੈਂਡ ਅਤੇ ਵੈਲਸ ਤੋਂ ਆਉਣ ਵਾਲਿਆਂ 'ਤੇ ਲਾਗੂ ਨਹੀਂ ਹੋਵੇਗਾ ਅਤੇ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ 14 ਦਿਨਾਂ ਦਾ ਇਕਾਂਤਵਾਸ ਵਿੱਚ ਰਹਿਣਾ ਪਵੇਗਾ। ਅਤੇ ਇਸ ਦੇ ਲਈ ਟਰਾਂਸਪੋਰਟ ਮੰਤਰੀ ਜਿਹੜੇ ਗ੍ਰਾਂਟ ਸੈਪਿਸ਼ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਉਹਨਾਂ ਦੀ ਇਹ ਰਣਨੀਤੀ ਹੈ ਇਹਦਾ ਮਤਲਬ ਕੀ ਹੈ ਕਿ ਉਹ ਯਾਤਰਾ ਉਦਯੋਗ ਦੀ ਮਦਦ ਕਰ ਰਹੇ ਹਨ ਜੋ ਮਹਾਂਮਾਰੀ ਦੇ ਦੌਰਾਨ ਦੁਆਰਾ ਖੜੇ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਓਨਟਾਰੀਓ ਤੋਂ ਆ ਰਹੀ ਹੈ। ਓਨਟਾਰੀਓ ਦੇ ਵਿੱਚ ਕਾਫੀ ਜ਼ਿਆਦਾ ਠੰਡ ਹੋ ਗਈ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਪਹਿਲੀ ਵਾਰ ਜਿਹੜੀ ਉੱਥੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਹਾਲਾਂਕਿ ਇਹਦੇ ਨਾਲ ਜਿਹੜੇ ਉੱਥੇ ਦੇ ਡਰਾਈਵਰਸ ਹੈਗੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ। ਅਤੇ ਸਭ ਤੋਂ ਜ਼ਿਆਦਾ ਜਿਹੜੀ ਸਨੋ ਪਈ ਹੈਗੀ ਉਹ ਬਰੈਂਪਟਨ ਦੇ ਵਿੱਚ ਪਈ ਹੈ ਜੋ ਕਿ 24.5 ਸੈਂਟੀਮੀਟਰ ਤੱਕ ਰਿਕਾਰਡ ਕੀਤੀ ਗਈ ਹੈ। ਅਤੇ 22 ਨਵੰਬਰ ਨੂੰ ਟੋਰਾਂਟੋ ਦੇ ਪੀਅਰਸਨ ਏਅਰਪੋਰਟ 'ਤੇ 19 ਸੈਂਟੀਮੀਟਰ ਉੱਚੀ ਬਰਫ਼ ਦੀ ਢੇਰ ਲੱਗ ਗਿਆ ਸੀ ਅਤੇ ਜੋ ਕਿ 2000 ਦੇ ਰਿਕਾਰਡ ਮਤਲਬ 2000 ਦੇ ਵਿੱਚ ਜਿਹੜਾ ਰਿਕਾਰਡ ਸੀ ਇਹ 7.6 ਸੀਗਾ ਅਤੇ ਉਸਨੇ ਇਸ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਬਾਕੀ ਉੱਥੇ ਦੀ ਜਿਹੜੀ ਗਵਰਨਮੈਂਟ ਹੈਗੀ ਆ ਉਹਨਾਂ ਨੇ ਇਸ ਬਰਫੀਲੇ ਤੂਫਾਨ ਤੋਂ ਬਚਣ ਲਈ ਲੋਕਾਂ ਨੂੰ ਕਿਹਾ ਹੈ ਕਿ ਪਹਿਲਾਂ ਹੀ ਉਹਨਾਂ ਨੂੰ ਅਲਰਟ ਕੀਤਾ ਹੈ ਤਾਂ ਕਿ ਲੋਕ ਇਸ ਬਾਰੇ ਆਪਣਾ ਧਿਆਨ ਰੱਖ ਸਕਣ। ਅਤੇ ਇਸ ਤੋਂ ਬਾਅਦ ਅਗਲੀ ਨਿਊਜ਼ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਖਿਰਕਾਰ ਜੋ ਕਿ ਬਾਈਡਨ ਹੈਗੇ ਆ ਉਹਨਾਂ ਨੂੰ ਜਨਵਰੀ 2021 ਵਿੱਚ ਸੱਤਾ ਸੌਂਪਣ ਲਈ ਤਿਆਰ ਹੋ ਗਏ ਹਨ ਅਤੇ ਨਵੇਂ ਚੁਣੇ ਰਾਸ਼ਟਰਪਤੀ ਬਾਈਡਨ 20 ਜਨਵਰੀ ਨੂੰ ਦੇਸ਼ ਦੇ 46ਵੇਂ ਰਾਸ਼ਟਰਪਤੀ ਦੀ ਸਹੁੰ ਲੈਣਗੇ। ਇਸ ਤੋਂ ਬਾਅਦ ਅਗਲੀ ਨਿਊਜ਼ ਰਸ਼ੀਆ ਤੋਂ ਆ ਰਹੀ ਹੈ। ਰਸ਼ੀਆ ਨੇ ਕਿਹਾ ਹੈ ਕਿ ਉਹਨਾਂ ਦੀ ਜਿਹੜੀ ਕੋਵਿਡ-19 ਵੈਕਸੀਨ ਹੈਗੀ ਆ ਸਪੁਤਨਿਕ V ਉਹ ਜਿਹੜੀ ਹੈਗੀ ਆ ਬਹੁਤ 95% ਜਿਹੜੀ ਇਫੈਕਟਿਵ ਹੈ। ਇਸ ਦੀ ਜਾਣਕਾਰੀ ਵੈਕਸੀਨ ਦੇ ਡਿਵੈਲਪਰਸ ਨੇ ਮੰਗਲਵਾਰ ਨੂੰ ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਆંકੜੇ ਹੈਗੇ ਆ ਇਹਨਾਂ ਦੇ 42 ਦਿਨਾਂ ਤੋਂ ਬਾਅਦ ਜਿਹੜੇ ਇਕੱਠੇ ਕੀਤੇ ਗਏ ਆંકੜੇ ਕੀਤੇ ਗਏ ਹਨ ਇਹ ਜਾਣਕਾਰੀ ਉਸ ਦੇ ਆਧਾਰ 'ਤੇ ਹੈ। ਇਸ ਤੋਂ ਪਹਿਲਾਂ ਵੀ ਜਿਹੜੀਆਂ ਫਾਈਜ਼ਰ ਅਤੇ ਮੋਡਰਨਾ ਹੈਗੀਆਂ ਕੰਪਨੀਆਂ ਉਹ ਵੀ ਆਪਣੀ ਵੈਕਸੀਨ ਨੂੰ 95% ਇਫੈਕਟਿਵ ਦੱਸ ਚੁੱਕੀਆਂ ਹਨ ਅਤੇ ਰੂਸ ਨੇ 11 ਅਗਸਤ ਨੂੰ ਸਪੁਤਨਿਕ V ਦਾ ਰਜਿਸਟ੍ਰੇਸ਼ਨ ਵੀ ਕਰਵਾ ਦਿੱਤਾ ਸੀ। ਪਰ ਇਸ ਵੈਕਸੀਨ ਦੀ ਇੱਕ ਖੁਰਾਕ ਰੂਸੀ ਰਾਸ਼ਟਰਪਤੀ ਦੀ ਜਿਹੜੀ ਧੀ ਹੈਗੀ ਉਸ ਨੂੰ ਵੀ ਦਿੱਤੀ ਜਾ ਚੁੱਕੀ ਹੈ ਅਤੇ ਰੂਸ ਨੇ ਅਗਲੇ ਸਾਲ ਤੱਕ ਆਪਣੇ ਅਤੇ ਹੋਰ ਦੇਸ਼ਾਂ ਦੇ ਲਈ 1 ਖਰਬ ਜਿਹੜੀਆਂ ਖੁਰਾਕਾਂ ਹੈਗੀਆਂ ਉਹਦੀ ਉਤਪਾਦਨ ਦਾ ਮਤਲਬ ਕਿ ਮੋਟਿਵ ਰੱਖਿਆ ਹੈ। ਉਹਨਾਂ ਨੇ ਕਿਹਾ ਕਿ ਇਸ ਦੀ ਡਿਲੀਵਰੀ ਜਿਹੜੀ ਵੈਕਸੀਨ ਦੀ ਹੈਗੀ ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਅਤੇ ਹੋਰ ਵੈਕਸੀਨ ਦੀ ਤੁਲਨਾ ਵਿੱਚ ਇਹਦਾ ਮੁੱਲ ਵੀ ਘੱਟ ਹੋਵੇਗਾ ਅਤੇ ਵੈਕਸੀਨ ਦੀ ਜਿਹੜਾ ਇੱਕ ਡੋਜ਼ਿਸ ਦਾ ਮੁੱਲ $10 ਤੋਂ ਵੀ ਘੱਟ ਹੋਵੇਗਾ। ਅਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਹੈ ਕਿ ਜਿਹੜੇ ਰਸ਼ੀਆ ਦੇ ਸਿਟੀਜ਼ਨ ਹੈਗੇ ਆ ਉਹਨਾਂ ਨੂੰ ਵੈਕਸੀਨੇਸ਼ਨ ਮੁਫਤ ਵੀ ਦਿੱਤੀ ਜਾਵੇਗੀ ਅਤੇ ਹੋਰ ਦੇਸ਼ਾਂ ਤੋਂ ਵੀ ਅਤੇ ਕੰਪਨੀਆਂ ਤੋਂ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਡਿਮਾਂਡਸ ਆ ਰਹੀ ਹੈ ਅਤੇ ਜਿਸ ਦੇ ਚਲਦੇ ਉਤਪਾਦਨ ਵਿੱਚ ਉਹ ਵਾਧਾ ਕਰ ਰਹੇ ਹਨ। ਇਸ ਅੱਜ ਦੀਆਂ ਕੁਝ ਖਾਸ ਖਬਰਾਂ ਇਸ ਦੇ ਨਾਲ ਹੀ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।